स्टूडेंट्स अपना फर्स्ट चैप्टर ग्रामर ਦਾ ਪਾਰਟਸ ਆਫ ਸਪੀਚ ਆਈ ਹੋਪ ਤੁਸੀਂ ਇਹ ਚੈਪਟਰ ਪਹਿਲਾਂ ਪੜ੍ਹ ਚੁੱਕੇ ਹੋਵੋਗੇ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਇਹਦੀ ਪੀਡੀਐਫ ਫਾਈਲ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਤਾਂ ਕਿ ਤੁਸੀਂ ਇਹਨੂੰ ਥੋੜਾ ਬਹੁਤ ਪੜ੍ਹ ਸਕੋ ਕਿਉਂਕਿ 6th ਤੇ 7th ਕਲਾਸ ਦੇ ਵਿੱਚ ਆਪਾਂ ਪੜ੍ਹ ਚੁੱਕੇ ਆਂਗੇ ਨਾਊਨਸ ਕੀ ਨੇ ਪ੍ਰੋਨਾਊਨਸ ਕੀ ਨੇ ਐਡਜੈਕਟਿਵਸ ਕੀ ਨੇ ਵਰਬ ਐਡਵਰਬ ਪ੍ਰੀਪੋਜੀਸ਼ਨ ਕੰਜੰਕਸ਼ਨ ਐਂਡ ਇੰਟਰਜੈਕਸ਼ਨ ਠੀਕ ਹੈ ਤਾਂ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਕੰਪਲੀਟ ਚੈਪਟਰ ਬਣਿਆਗਾ ਪਾਰਟਸ ਆਫ ਸਪੀਚ 8 ਪਾਰਟਸ ਆਫ ਸਪੀਚ ਨੇ 6 ਤੋਂ ਲੈ ਕੇ ਆਪਾਂ ਹਰ ਇੱਕ ਕਲਾਸ ਦੇ ਵਿੱਚ ਇਹ ਕੰਮ ਕਰਦੇ ਆ ਰਹੇ ਹਾਂਗੇ ਨਾਊਨਸ ਪ੍ਰੋਨਾਊਨਸ ਐਡਜੈਕਟਿਵਸ ਵਰਬਸ ਐਡਵਰਬਸ ਪ੍ਰੀਪੋਜੀਸ਼ਨ ਕੰਜੰਕਸ਼ਨ ਐਂਡ ਇੰਟਰਜੈਕਸ਼ਨ ਥੋੜਾ ਜਿਹਾ ਆਪਾਂ ਇੱਕ ਇਹਦਾ ਬਰਡ ਵਿਊ ਲਵਾਂਗੇ ਇੱਕ ਵਾਰੀ ਫਿਰ ਥੋੜਾ ਜਿਹਾ ਰਿਵਾਈਜ਼ ਕਰਾਂਗੇ ਡੀਪਲੀ ਨਹੀਂ ਕਿਉਂਕਿ ਡੀਪਲੀ ਆਪਾਂ ਇਹ 6 7 ਦੇ ਵਿੱਚ ਸਾਰਾ ਕੰਪਲੀਟ ਕਰ ਚੁੱਕੇ ਹਾਂ ਨਾਊਨ ਤੁਹਾਨੂੰ ਸਾਰਿਆਂ ਨੂੰ ਪਤਾ ਬੇਟੇ ਇਟ ਇਜ਼ ਨੇਮਿੰਗ ਵਰਡ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੈਗਾ ਇਟ ਇਜ਼ ਅ ਨੇਮਿੰਗ ਵਰਡ ਇਟ ਇਜ਼ ਅ ਵਰਡ ਦੈਟ tells the name of a person place thing or animal or any event or quality ਸੁਰੇਸ਼ ਇਜ਼ ਅ ਗੁੱਡ ਬੋਏ ਤਾਂ ਸੁਰੇਸ਼ ਜਿਹੜਾ ਹੈ ਉਹ ਇੱਕ ਪ੍ਰੋਪਰ ਨਾਊਨ ਹੈ ਬੋਏ ਕੀ ਹੈ ਇੱਕ ਕਾਮਨ ਨਾਊਨ ਮੁੰਬਈ ਇਜ਼ ਅ ਬਿਗ ਸਿਟੀ ਮੁੰਬਈ ਪ੍ਰੋਪਰ ਇੱਕ ਜਗ੍ਹਾ ਦਾ ਨਾਮ ਹੈ ਸਿਟੀ ਹਰ ਇੱਕ ਸਿਟੀ ਨੂੰ ਅਸੀਂ ਸਿਟੀ ਕਹਿੰਦੇ ਹਾਂਗੇ ਸੋ ਦਿਸ ਇਜ਼ ਕਾਮਨ ਨਾਊਨ ਰੋਜ਼ ਇਜ਼ ਅ ਬਿਊਟੀਫੁਲ ਫਲਾਵਰ ਫਲਾਵਰ ਕਾਮਨ ਨਾਊਨ ਰੋਜ਼ ਇੱਕ ਸਪੈਸੀਫਿਕ ਨੇਮ ਹੈਗਾ ਤਾਂ ਇਹ ਹੋ ਗਿਆ ਪ੍ਰੋਪਰ ਨਾਊਨ ਡੌਗ ਇਜ਼ ਅ ਫੇਥਫੁਲ ਐਨੀਮਲ ਡੌਗ ਐਨੀਮਲ common nouns. He lived in a cottage. Gandhiji stood for truth and non-violence. Gandhiji proper name है किसी person ਦਾ truth and non-violence ਦੋਵੇਂ ਕੀ ਨੇ abstract noun ਨੇ beauty doesn't last long beauty abstract noun honesty is the best policy right honesty abstract noun ਤਾਂ nouns ਤੋਂ ਅੱਗੇ ਬੇਟੇ pronouns ਦੇਖੋ pronouns ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ठीक है I am a girl ਤਾਂ I ਕੀ ਹੈਗਾ pronoun he is my brother ਠੀਕ ਹੈ he is my brother he ਤੇ my ਦੋਵੇਂ ਕੀ ਨੇਗੇ pronouns ਤਾਂ ਥੋੜਾ ਜਿਹਾ ਜਦੋਂ ਯਾਦ ਕਰਵਾ ਰਹੀ ਹਾਂਗੇ ਮੇਰਾ ਖਿਆਲ ਤੁਹਾਨੂੰ ਯਾਦ ਆ ਰਿਹਾ ਹੈਗਾ ਬੇਟੇ pronouns ਕੀ ਹੁੰਦੇ ਨੇਗੇ pronoun is a word that is used in place of a noun right ਚਾਚਾ ਨਹਿਰੂ was our prime minister he ਕਿਹਦੇ ਲਈ use ਹੋਏਗਾ ਬੇਟੇ ਚਾਚਾ ਨਹਿਰੂ ਦੇ ਲਈ he and his education it is a big city it ਕਿਹਦੇ ਲਈ use ਹੋਇਆ ਸਿਟੀ ਦੇ ਲਈ ਤਾਂ pronoun ਕੀ ਕਰਵਾਇਆ ਹੋਇਆ ਤੁਹਾਨੂੰ ਬੇਟਾ replacing words a word that replaces a noun replace ਕਿਹਨੂੰ ਕਰਦੇ ਨੇ ਬੇਟੇ noun ਨੂੰ ਨੈਕਸਟ ਚਲਦੇ ਹਾਂ ਬੇਟਾ ਐਡਜੈਕਟਿਵ ਬੇਟੇ ਡਿਸਕ੍ਰਾਈਬਿੰਗ ਵਰਡ ਉਹ ਵਰਡ ਜਿਹੜਾ ਡਿਸਕ੍ਰਾਈਬ ਕਰਦਾ ਹੈਗਾ ਠੀਕ ਹੈ ਆਪਾਂ ਕੀ ਕਹਿੰਦੇ ਆਂਗੇ ਇੰਟੈਲੀਜੈਂਟ ਸਟੂਡੈਂਟ ਜਿੱਦਾਂ ਆਪਾਂ ਕਹੀਏ ਬਿਗ ਬੋਏ ਤਾਂ ਬੋਏ ਕੀ ਹੈਗਾ ਬਿਗ ਹੈ ਤਾਂ ਬੋਏ ਨਾਊਨ ਹੈ ਇਸ ਨਾਊਨ ਨੂੰ ਡਿਸਕ੍ਰਾਈਬ ਕੌਣ ਕਰ ਰਿਹਾ ਹੈਗਾ ਬਿਗ ਤਾਂ ਬਿਗ ਬੋਏ 30 ਸਟੂਡੈਂਟਸ ਕਿੰਨੇ ਨੇਗੇ ਗਿਣਤੀ ਦੱਸ ਰਿਹਾ ਵਰਡ 30 ਜੋਹਨ ਇਜ਼ ਵੈਰੀ ਹੈਂਡਸਮ ਵਰਡ ਕਿਹਦੇ ਬਾਰੇ ਚ ਡਿਸਕ੍ਰਾਈਬ ਕਰ ਰਿਹਾ ਜੋਹਨ ਦੇ ਬਾਰੇ ਜੋਹਨ ਬੜਾ ਹੈਂਡਸਮ ਹੈ ਕਾਊ ਇਜ਼ ਅ ਯੂਜ਼ਫੁਲ ਐਨੀਮਲ ਕਿੱਦਾਂ ਦਾ ਐਨੀਮਲ ਯੂਜ਼ਫੁਲ ਤਾਂ ਐਡਜੈਕਟਿਵਸ ਬੇਟਾ ਵਰਡਸ ਦੈਟ ਡਿਸਕ੍ਰਾਈਬ ਨਾਊਨ ਨੈਕਸਟ ਚੱਲਦੇ ਹਾਂ ਬੇਟੇ ਵਰਬ ਆਪਾਂ ਕੀਤਾ ਹੋਇਆ ਬੇਟੇ ਐਕਸ਼ਨ ਵਰਡ ਉਹ ਵਰਡ ਜਿਹੜਾ ਕਿਸੇ ਐਕਸ਼ਨ ਦੇ ਬਾਰੇ ਚ ਦੱਸਦਾ ਹੈਗਾ ਜੋਹਨ ਰੀਡਸ ਅ ਬੁੱਕ ਠੀਕ ਹੈ ਬੁੱਕ ਨੂੰ ਜੋਹਨ ਕੀ ਕਰ ਰਿਹਾ ਹੈਗਾ ਐਕਸ਼ਨ ਕੀ ਹੋ ਰਿਹਾ ਹੈ ਰੀਡਿੰਗ ਆਈ ਹੈਲਪ ਦ ਪੂਅਰ ਮੈਂ ਪੂਅਰ ਨੂੰ ਕੀ ਕੀਤਾ ਹੈਲਪ ਕੀਤੀ ਦ ਬੇਬੀ ਕੀ ਕਰ ਰਿਹਾ ਹੈ ਪਲੇ ਕਰ ਰਿਹਾ ਹੈਗਾ ਸੀਮਾ ਫੀਲਜ਼ ਸੈਡ ਸੀਮਾ ਕੀ ਫੀਲ ਕਰ ਰਹੀ ਹੈਗੀ ਫੀਲ ਨਹਿਰੂ ਵਾਜ਼ ਅ ਗ੍ਰੇਟ ਲੀਡਰ ਵਾਜ਼ ਤਾਂ ਇਹ ਹੋ ਗਏ ਬੇਟੇ ਵਰਬਸ ਕਿਉਂਕਿ ਵਰਬ ਦੇ ਵਿੱਚ ਆਪਾਂ ਫਿਰ ਹੈਲਪਿੰਗ ਵਰਬ ਵੀ ਕਰਦੇ ਹਾਂ ਠੀਕ ਹੈ
ਐਡਵਰਬ ਦੇ ਵਿੱਚ ਫਿਰ ਹੈਲਪਿੰਗ ਵਰਬ ਵੀ ਹੁੰਦਾ ਹੈਗਾ, ਇਜ਼, ਐਮ, ਔਰ, ਵਾਜ਼, ਵਰ, ਹੈਜ਼, ਹੈਵ, ਹੈਡ। ਠੀਕ ਹੈ, ਵੈਰੀ ਗੁੱਡ। ਸਾਰਿਆਂ ਨੂੰ ਯਾਦ ਆ ਰਿਹਾ ਹੈ, ਆਪਾਂ 7th ਤੱਕ ਸਾਰਾ ਕੰਪਲੀਟ ਕਰ ਚੁੱਕੇ ਹਾਂਗੇ। ਨੈਕਸਟ ਆਉਂਦਾ ਬੇਟੇ ਐਡਵਰਬ। ਐਡਵਰਬ ਤੁਹਾਨੂੰ ਪਤਾ ਹੈਗਾ, ਇਟ ਐਡਸ ਟੂ ਵਰਬ। ਵਰਬ ਦੇ ਵਿੱਚ ਐਡ ਕਰਦਾ ਐਡਵਰਬ ਹੋ ਜਾਂਦਾ, ਪਰ ਇਕੱਲੇ ਵਰਬ 'ਚ ਨਹੀਂ, ਇਟ ਐਡਸ ਟੂ ਐਡਜੈਕਟਿਵ ਆਲਸੋ, ਇਟ ਐਡਸ ਟੂ ਐਡਵਰਬ ਆਲਸੋ, ਰਾਈਟ। ਕਿੱਦਾਂ? ਹੀ ਵਾਕਡ ਬ੍ਰਿਸਕਲੀ, ਹੀ ਵਾਕਡ, ਦੇਖੋ ਉਹ ਤੁਰਦਾ ਕਿੱਦਾਂ? ਬ੍ਰਿਸਕਲੀ। ਠੀਕ ਹੈ, ਆਪਾਂ ਕਹਿੰਦੇ ਹਾਂ ਹੀ ਸਪੀਕਸ ਸੌਫਟਲੀ। ਇੱਥੇ ਤੱਕ ਗੱਲ ਕੰਪਲੀਟ ਹੋ ਗਈ, ਹੀ ਸਪੀਕਸ। ਪਰ ਜੇ ਆਪਾਂ ਅੱਗੋਂ ਡਿਸਕਰਾਈਬ ਕਰਨਾ ਹੋਵੇ, ਬੋਲਦਾ ਕਿੱਦਾਂ? ਬੋਲਦਾ ਸੌਫਟਲੀ। ਤਾਂ ਸੌਫਟਲੀ ਕੀ ਹੈ ਬੇਟੇ? ਐਡਵਰਬ। ਠੀਕ ਹੈ, ਸ਼ੀ ਇਜ਼ ਵੈਰੀ ਬਿਊਟੀਫੁਲ। ਹੁਣ ਆਹ ਸੈਂਟੈਂਸ ਦੇਖੋ, ਇੱਕ ਤਾਂ ਕੰਪਲੀਟ ਹੋ ਗਿਆ, ਸ਼ੀ ਇਜ਼ ਬਿਊਟੀਫੁਲ, ਓਕੇ, ਉਹ ਖੂਬਸੂਰਤ ਹੈ। ਕਿੰਨੀ ਖੂਬਸੂਰਤ ਹੈ? ਵੈਰੀ। ਠੀਕ ਹੈ, ਹੀ ਵਰਕਸ ਕੇਅਰਫੁਲੀ, ਉਹ ਕੰਮ ਕਰਦਾ ਕਿੱਦਾਂ? ਕੇਅਰਫੁਲੀ। ਦ ਫਲਾਈਟ ਰੀਚਡ, ਫਲਾਈਟ ਪਹੁੰਚ ਗਈ। ਇਹ ਤੱਕ ਗੱਲ ਕੰਪਲੀਟ ਹੈਗੀ, ਪਰ ਇਹਨੂੰ ਆਪਾਂ ਹੋਰ ਇਹਦੇ ਬਾਰੇ 'ਚ ਡਿਸਕਰਾਈਬ ਕੀ ਕਰ ਸਕਦੇ ਹਾਂ ਕਿ ਫਲਾਈਟ ਪਹੁੰਚ ਗਈ ਪਰ ਪਹੁੰਚੀ ਲੇਟ, ਰਾਈਟ। ਸ਼ੀ ਵੇਟਡ, ਉਹ ਇੰਤਜ਼ਾਰ ਕਰ ਰਹੀ ਸੀ, ਕਿੱਥੇ? ਇਨਸਾਈਡ। ਇੱਥੇ ਆਊਟਸਾਈਡ ਵੀ ਲਿਖ ਸਕਦੇ ਹਾਂ, ਰਾਈਟ। ਤੇ ਨੈਕਸਟ ਹੈ ਬੇਟਾ ਪ੍ਰੀਪੋਜੀਸ਼ਨ। ਨੈਕਸਟ ਹੈ ਬੇਟਾ ਪ੍ਰੀਪੋਜੀਸ਼ਨ। ਤਾਂ ਪ੍ਰੀਪੋਜੀਸ਼ਨ ਜਿਹੜੀ ਹੈ, it's a word that is used to show the relationship between two objects or persons, right? A word that sets the relation, sets the relation, right? Relation between two nouns, pronoun, noun and pronoun, or we simply can say ਉਹ word ਬੇਟਾ ਜਿਹੜਾ relation show ਕਰਦਾ ਹੈਗਾ ਦੋ objects ਦਾ। The pen is lying on the table, ਹੁਣ pen ਹੈਗਾ, right? ਦੂਸਰਾ ਕੀ ਹੈਗਾ? ਟੇਬਲ, ਰਾਈਟ। ਪੈਨ ਇਜ਼ ਲਾਈਂਗ ਔਨ ਦ ਟੇਬਲ, ਤਾਂ ਇਹਦਾ ਮਤਲਬ ਕੀ ਹੈਗਾ? ਆ ਟੇਬਲ ਹੈਗਾ, ਰਾਈਟ, ਤੇ ਆ ਇਹਦੇ ਉੱਪਰ ਪੈਨ ਪਿਆ। ਹੁਣ ਪੈਨ ਇਹਦੇ ਨੀਚੇ ਵੀ ਹੋ ਸਕਦਾ, ਫਿਰ ਆਪਾਂ ਕੀ ਕਹਾਂਗੇ? ਪੈਨ ਇਜ਼ ਲਾਈਂਗ ਅੰਡਰ ਦ ਟੇਬਲ। ਠੀਕ ਹੈ, ਫਿਰ ਆਪਾਂ ਤਾਂ ਮਤਲਬ ਕੀ ਹੈਗਾ ਕਿ ਅੰਡਰ, ਤੇ ਜੇ ਉੱਪਰ ਪਿਆ ਤਾਂ ਔਨ। ਤਾਂ ਔਨ ਤੇ ਅੰਡਰ ਜਿਹੜੇ ਨੇਗੇ ਦੋਹੇ ਵਰਡ ਸ਼ੋ ਕਰ ਰਹੇ ਨੇ ਪੈਨ ਦਾ ਤੇ ਟੇਬਲ ਦਾ ਰਿਲੇਸ਼ਨ। ਨੈਕਸਟ ਹੈ ਦ ਸਟੂਡੈਂਟ ਇਜ਼ ਸਿਟਿੰਗ ਇਨ ਦ ਕਲਾਸ, ਤਾਂ ਸਟੂਡੈਂਟ ਹੈ, ਕਲਾਸ ਹੈ, ਇਨ ਦ ਕਲਾਸ, ਰਾਈਟ। ਪਾਰਟੀ ਇਜ਼ ਐਟ 6 o'clock, ਐਟ ਕਿਹਦੇ ਨਾਲ ਲੱਗਿਆ ਬੇਟਾ? 6 o'clock ਟਾਈਮ ਦੇ ਨਾਲ, ਠੀਕ ਹੈ। ਹੀ ਇਜ਼ ਫੌਂਡ ਆਫ ਮਿਊਜ਼ਿਕ, he graduated from Cambridge University, he graduated, ਉਹਨੇ ਗ੍ਰੈਜੂਏਸ਼ਨ ਕੀਤੀ ਕਿੱਥੋਂ? from, ਤੋਂ, ਕੈਂਬਰਿਜ ਯੂਨੀਵਰਸਿਟੀ ਤੋਂ। ਤਾਂ ਇਹ ਹੁੰਦੀਆਂ ਨੇ ਬੇਟੇ ਪ੍ਰੀਪੋਜੀਸ਼ਨਸ। ਨੈਕਸਟ ਚਲੀਏ ਕੰਜੰਕਸ਼ਨਸ। ਤਾਂ ਕੰਜੰਕਸ਼ਨ ਜਿਹੜੀ ਹੈ, ਕੰਜੰਕਸ਼ਨਸ ਆਰ ਜੁਆਇਨਿੰਗ ਵਰਡਸ, ਕੰਜੰਕਸ਼ਨਸ ਆਰ ਜੁਆਇਨਿੰਗ ਵਰਡਸ। ਦੇ ਹੈਲਪ ਅਸ ਇਨ ਜੁਆਇਨਿੰਗ ਵਰਡਸ, ਵਰਡਸ ਨੂੰ ਇਹਨਾਂ ਨਾਲ ਜੁਆਇਨ ਕੀਤਾ ਜਾਂਦਾ ਹੈ। ਜਿਮ, ਸੀਮਾ ਕਾਹਦੇ ਨਾਲ ਜੁਆਇਨ ਹੋਇਆ ਬੇਟੇ? ਐਂਡ ਨਾਲ, ਰਾਈਟ। ਜਿਵੇਂ ਆਪਾਂ ਕਹਿੰਦੇ ਆਂਗੇ, ਸਭ ਤੋਂ ਸਿੰਪਲ ਹੈ ਬੇਟਾ ਮੋਹਨ ਐਂਡ ਰਮੇਸ਼ ਆਰ ਗੁੱਡ ਫਰੈਂਡਸ, ਤਾਂ ਐਂਡ ਦੇ ਨਾਲ ਦੋ ਜੁਆਇਨ ਹੋ ਗਏ। ਯੂ ਵਿਲ ਗੈਟ ਥਰੂ ਇਫ ਯੂ ਵਰਕ ਹਾਰਡ, ਤੁਸੀਂ ਪਾਸ ਹੋ ਜਾਓਗੇ। ਗੈਟ ਥਰੂ ਹੁੰਦਾ ਹੈਗਾ ਬੇਟੇ ਪਾਸ ਹੋ ਜਾਓਗੇ। ਜੇ ਪੰਜਾਬੀ ਦੇ ਵਿੱਚ ਵਰਡ ਯੂਜ਼ ਕਰਦੇ ਹੋ ਜੇ ਇੱਦਾਂ ਕਰੋਗੇ ਤਾਂ, ਰਾਈਟ। ਹੀ ਰੈਨ ਫਾਸਟ, ਉਹ ਤੇਜ਼ ਦੌੜਿਆ, ਬਟ ਪਰ ਕੁਡ ਨੋਟ ਕੈਚ ਦਾ ਬੱਸ ਨਹੀਂ ਫੜ ਸਕਿਆ। ਹੀ ਵਾਜ਼ ਰੀਬਿਊਕਡ, ਹੀ ਵਾਜ਼ ਰੀਬਿਊਕਡ ਹੁੰਦਾ ਬੇਟੇ ਕਿਸੇ ਨੂੰ ਝਿੜਕਾਂ ਪੈਣੀਆਂ, ਕਿਉਂ? ਬਿਕੋਜ਼ ਹੀ ਵਾਜ਼ ਲੇਟ। ਤਾਂ ਇਹ ਜਿਹੜੇ ਵਰਡਸ ਨੇ ਬੇਟੇ, ਇਹ ਜੁਆਇਨ ਕਰ ਰਹੇ ਨੇ ਦੋ ਵਰਡਸ ਨੂੰ, ਦੋ ਕਲੌਜ਼ਸ ਨੂੰ, ਦੋ ਸੈਂਟੈਂਸਿਸ ਨੂੰ, ਠੀਕ ਹੈ।
ਨੈਕਸਟ ਆਉਂਦਾ ਹੈਗਾ ਬੇਟੇ ਇੰਟਰਜੈਕਸ਼ਨ। ਲਾਸਟ ਪਾਰਟ ਹੈ ਇੰਟਰਜੈਕਸ਼ਨ। ਇੰਟਰਜੈਕਸ਼ਨ ਆਰ ਦ ਵਰਡ that express feelings, alas, ਅਫਸੋਸ, oh, ਹੁਰਰੇ, ਲੋ, ਰਾਈਟ। ਜਦੋਂ ਆਪਾਂ ਜਿੱਦਾਂ ਪੰਜਾਬੀ ਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਆਂਗੇ ਸ਼ਾਬਾਸ਼, ਰਾਈਟ, ਤੇ ਫਿਰ ਯਾਦ ਕਰੋ ਇਹਦੇ ਬਾਅਦ ਸਾਈਨ ਆਫ ਐਕਸਕਲੇਮੇਸ਼ਨ ਲਾਉਂਦੇ ਆ। ਹਮੇਸ਼ਾ ਇੰਟਰਜੈਕਸ਼ਨ ਦੇ ਵਿੱਚ ਜਿਹੜਾ ਵਰਡ ਹੁੰਦਾ ਹੈ ਬੇਟੇ ਜੋ ਫੀਲਿੰਗ ਐਕਸਪ੍ਰੈਸ ਕਰਦਾ ਉਹਦੇ ਪਿੱਛੇ ਸਾਈਨ ਆਫ ਐਕਸਕਲੇਮੇਸ਼ਨ ਲੱਗਾ ਹੁੰਦਾ। ਸਾਈਨ ਆਫ ਐਕਸਕਲੇਮੇਸ਼ਨ ਡੰਡੀ ਦੇ ਨੀਚੇ ਬਿੰਦੀ ਲੱਗੀ ਹੁੰਦੀ, ਰਾਈਟ। ਤਾਂ ਨੈਕਸਟ ਆਪਾਂ ਕਰਦੇ ਹਾਂ ਬੇਟੇ ਐਕਸਰਸਾਈਜ਼, ਕਿਉਂਕਿ ਮੇਨ ਅੱਜ ਮੇਰਾ ਕੰਸਰਨ ਇਸ ਵੀਡੀਓ ਨੂੰ ਪਾਉਣ ਦਾ ਤੁਹਾਨੂੰ ਐਕਸਰਸਾਈਜ਼ ਕਰਵਾਉਣਾ ਹੀ ਸੀ। ਚੈਪਟਰ ਤੁਸੀਂ ਪੜ੍ਹ ਚੁੱਕੇ ਹੋ, ਇਸ ਤੋਂ ਪਹਿਲਾਂ ਤੁਹਾਡੇ ਨਾਲ PPTs ਮੈਂ ਦੇ ਚੁੱਕੀ ਹਾਂਗੀ, ਰਾਈਟ। PPTs ਦੇ ਵਿੱਚੋਂ ਕਾਫੀ ਕਲੀਅਰ ਹੋ ਚੁੱਕਿਆ ਹੋਏਗਾ ਕਿ ਪਾਰਟਸ ਆਫ ਸਪੀਚ ਕੀ ਹੁੰਦੇ ਨੇ। ਮੇਨ ਮੇਰਾ ਕੰਸਰਨ ਅੱਜ ਹੈ ਕਿ ਤੁਹਾਨੂੰ ਐਕਸਰਸਾਈਜ਼ਸ ਕਰਵਾਈਆਂ ਜਾਣ। Write in the space provided the name of the part of speech. Seema is a beautiful girl. The beautiful word ਕੀ ਹੈ ਬੇਟਾ? ਗਰਲ ਨੂੰ ਡਿਸਕ੍ਰਾਈਬ ਕਰ ਰਿਹਾ ਹੈ, ਕੁੜੀ ਦੇ ਬਾਰੇ 'ਚ ਕੁਝ ਦੱਸ ਰਿਹਾ ਹੈ। ਤਾਂ ਡਿਸਕ੍ਰਾਈਬਿੰਗ ਵਰਡ ਕਿਹੜਾ ਹੁੰਦਾ ਹੈ ਬੇਟੇ? ਐਡਜੈਕਟਿਵ, ਰਾਈਟ। ਤਾਂ ਇੱਥੇ ਤੁਸੀਂ ਆਨਸਰ 'ਚ ਕੀ ਲਿਖਣਾ? ਐਡਜੈਕਟਿਵ। ਨੈਕਸਟ ਬੇਟੇ ਅਲਾਸ ਹਿਜ਼ ਮਦਰ ਇਜ਼ ਡੈਡ। ਤਾਂ ਸਿੰਪਲ ਜੀ ਗੱਲ ਹੈ, ਆਪਾਂ ਹੁਣੇ ਪੜ੍ਹ ਕੇ ਹਟੇ ਆਂਗੇ। ਇਹ ਕੀ ਹੁੰਦੇ ਨੇ ਬੇਟੇ? ਇੰਟਰਜੈਕਸ਼ਨਸ, ਰਾਈਟ। ਤਾਂ ਵਰਡ ਕੀ ਹੈਗਾ? ਇੰਟਰਜੈਕਸ਼ਨ। The sun sets in the west. Sets ਕੀ ਹੈ ਬੇਟੇ? verb. The lion is a ferocious animal. Animal ਕਿੱਦਾਂ ਦਾ ਐਨੀਮਲ? ferocious। ਤਾਂ ਡਿਸਕ੍ਰਾਈਬ ਕਰ ਰਹੇ ਐਨੀਮਲ ਨੂੰ, ਡਿਸਕ੍ਰਾਈਬਿੰਗ ਵਰਡ ਹਮੇਸ਼ਾ ਕਿਹੜਾ ਹੁੰਦਾ ਹੈਗਾ? ਐਡਜੈਕਟਿਵ। Delhi is a very big city. ਤਾਂ ਸਿਟੀ ਕੀ ਹੈ ਬੇਟਾ? noun. ਰਹੀਮ ਇਜ਼ ਪੂਅਰ ਬਟ ਓਨੈਸਟ। ਬਟ ਆਪਾਂ ਹੁਣੇ ਕੀਤਾ ਹੈਗਾ ਪੂਅਰ ਤੇ ਓਨੈਸਟ, ਦੋ ਵਰਡਸ ਨੂੰ ਜੋੜਨ ਵਾਲਾ ਵਰਡ ਜਿਹੜਾ ਹੈਗਾ ਉਹ ਕੀ ਹੁੰਦਾ ਹੈਗਾ? ਕੰਜੰਕਸ਼ਨ। ਉਹ ਕੀ ਹੁੰਦਾ ਹੈਗਾ? ਕੰਜੰਕਸ਼ਨ। ਓਨੈਸਟੀ ਇਜ਼ ਦ ਬੈਸਟ ਪੋਲਿਸੀ। ਤਾਂ ਓਨੈਸਟੀ ਕੀ ਹੈ ਬੇਟਾ? ਨਾਉਨ। ਕੈਟ ਇਜ਼ ਅੰਡਰ ਦ ਟੇਬਲ। ਅੰਡਰ ਪ੍ਰੀਪੋਜੀਸ਼ਨ, ਠੀਕ ਹੈ। ਤਾਂ ਨੈਕਸਟ ਐਕਸਰਸਾਈਜ਼ ਤੇ ਆਉਂਦੇ ਹਾਂ ਬੇਟੇ। ਕੰਪਲੀਟ ਦ ਫੋਲੋਇੰਗ ਸੈਂਟੈਂਸ ਵਿਦ ਐਪਰੋਪਰੀਏਟ ਨਾਊਨਸ। ਇਹ 'ਚ ਆਪਾਂ ਨਾਊਨਸ ਲਿਖਣੇ ਨੇ। ਡੈਸ਼ ਇਜ਼ ਅ ਗੁੱਡ ਬੋਏ। ਯੂ ਕੈਨ ਰਾਈਟ ਦ ਨੇਮ ਆਫ ਐਨੀ ਬੋਏ। ਯੂ ਹੈਵ ਟੂ ਰਾਈਟ ਦ ਨੇਮ। ਸ਼ੀ ਗੋਜ਼ ਟੂ ਦ ਡੈਸ਼ ਐਵਰੀ ਡੇ। ਉਹ ਹਰ ਰੋਜ਼ ਕਿਸੇ ਜਗ੍ਹਾ 'ਤੇ ਜਾਂਦੀ ਹੈ। ਸ਼ੀ ਗੋਜ਼ ਟੂ ਦ ਸਕੂਲ, ਸ਼ੀ ਗੋਜ਼ ਟੂ ਦ ਟੈਂਪਲ, ਸ਼ੀ ਗੋਜ਼ ਟੂ ਦ ਮਾਰਕੀਟ, ਸ਼ੀ ਗੋਜ਼ ਟੂ ਦ ਹੌਸਪੀਟਲ। ਐਨੀ ਪਲੇਸ ਵੀ ਹੈਵ ਟੂ ਰਾਈਟ। ਦੇ ਗੋ ਫॉर ਅ ਡੈਸ਼ ਡੇਲੀ, ਠੀਕ ਹੈ, ਡੇਲੀ ਉਹ। ਦੇ ਗੋ ਫॉर ਅ ਵਾਕ, ਰਾਈਟ, ਡੇਲੀ। ਡੈਸ਼ ਇਜ਼ ਦ ਕੈਪੀਟਲ ਆਫ ਇੰਡੀਆ। ਤਾਂ ਨਾਲ ਦੀ ਨਾਲ ਇੱਕ ਜੀਕੇ ਦਾ ਕੁਐਸਚਨ ਵੀ ਹੋ ਗਿਆ। ਡੈਸ਼ ਇਜ਼ ਦ ਕੈਪੀਟਲ ਆਫ ਇੰਡੀਆ। ਦਿੱਲੀ ਇਜ਼ ਦ ਕੈਪੀਟਲ ਆਫ ਇੰਡੀਆ। ਡੈਸ਼ ਇਜ਼ ਦ ਬੈਸਟ ਪੋਲਿਸੀ। honesty is the best policy. The dash rises in the dash. The sun rises in the east. Chandigarh is the dash of Punjab and Haryana. Chandigarh ਕੀ ਹੈ ਬੇਟੇ? ਪੰਜਾਬ ਤੇ ਹਰਿਆਣਾ ਦੀ ਕੈਪੀਟਲ। Shimla is a beautiful, ਸ਼ਿਮਲਾ ਕੀ ਹੈ? ਹਿਲ ਸਟੇਸ਼ਨ, ਰਾਈਟ। ਨੈਕਸਟ ਦੇ ਵਿੱਚ ਬੇਟੇ ਆਪਾਂ ਪ੍ਰੋਨਾਊਨਸ ਫਿਲ ਕਰਨੇ ਨੇਗੇ। ਮਾਈ ਸਨ ਇਜ਼ ਪਲੇਇੰਗ ਵਿਥ ਹਿਜ਼ ਟੋਇਜ਼। ਉਹ ਆਪਣੇ ਟੋਇਜ਼ ਦੇ ਨਾਲ ਖੇਡ ਰਿਹਾ ਹੈ। ਡੈਸ਼ ਫਾਦਰ ਇਜ਼ ਵਰਕਿੰਗ ਇਨ ਮੁੰਬਈ। ਮਾਈ ਫਾਦਰ ਇਜ਼ ਵਰਕਿੰਗ ਇਨ ਮੁੰਬਈ। ਡੈਸ਼ ਹੈਜ਼ ਗੋਨ ਅਬਰੋਡ ਫॉर ਹਾਇਰ ਸਟੱਡੀਜ਼। ਹੀ ਹੈਜ਼, ਸੌਰੀ, ਡੈਸ਼ ਹੈਜ਼ ਗੋਨ, ਹੀ ਹੈਜ਼ ਗੋਨ, ਸ਼ੀ ਹੈਜ਼ ਗੋਨ। ਕਿਉਂਕਿ ਹੈਜ਼ ਹੈ ਤਾਂ ਆਪਾਂ ਸਿੰਗੂਲਰ ਲਾਵਾਂਗੇ। ਦਿਸ ਇਜ਼ ਮਾਈ ਹਾਊਸ, ਯੂਅਰ ਹਾਊਸ, ਠੀਕ ਹੈ। ਇੱਥੇ ਕੁਝ ਵੀ ਲਾ ਸਕਦੇ। ਦ ਗਰਲਸ ਆਰ ਡੂਇੰਗ ਦੇਅਰ ਹੋਮਵਰਕ। ਕਿਉਂਕਿ ਗਰਲਸ ਪਲੂਰਲ ਹੈ ਤਾਂ ਪਲੂਰਲ ਦੇ ਅਕੋਰਡਿੰਗਲੀ ਆਪਾਂ ਇੱਥੇ ਦੇਅਰ ਲਾਵਾਂਗੇ। ਡੈਸ਼ ਇਜ਼ ਦ ਬ੍ਰੈਡ ਵਿਨਰ ਆਫ ਦ ਫੈਮਲੀ। ਡੈਸ਼ ਇਜ਼, ਹੀ ਇਜ਼, ਕਿਉਂਕਿ ਆਪਾਂ ਪ੍ਰਨਾਊਨ ਲਾਉਣਾ ਹੈ।
We should respect we the accordingly our. He loves his. He the accordingly his. Next बड़ी इंटरेस्टिंग एक्सरसाइज हैगी बेटे फिल इन द ब्लैंक्स विद suitable adjectives ਆਪਾਂ adjective ਲਾਉਣਾ ਹੈਗਾ she is my dash friend she is my close friend ਇਹ ਵੀ ਠੀਕ ਹੈ she is my fast friend ਇਹ ਵੀ ਠੀਕ ਹੈ she is my best friend ਇਹ ਵੀ ਠੀਕ ਹੈ pudding is my dash dish favorite dish the second ਕੀ ਹੈ ਬੇਟਾ favorite dish the scenery of Missouri is Missouri ਦੀ scenery ਕੀ ਹੈ beautiful right she likes to wear dash dresses ਉਹਨੂੰ ਕਿਹੜੀਆਂ ਡਰੈਸਿਸ ਪਸੰਦ ਨੇ she likes to wear new dresses ਜਮਾ ਸਿੰਪਲ ਵਰਡ ਹੈ ਟ੍ਰੈਡੀਸ਼ਨਲ ਡਰੈਸਿਸ ਉਹਨੂੰ ਟ੍ਰੈਡੀਸ਼ਨਲ ਡਰੈਸਿਸ ਪਸੰਦ ਨੇਗੀਆਂ ਠੀਕ ਹੈ ਵੈਸਟਰਨ ਡਰੈਸਿਸ ਤਾਂ ਇਹਦੇ ਵਿੱਚੋਂ ਕੋਈ ਵੀ ਤੁਹਾਡਾ ਆਨਸਰ ਹੋ ਸਕਦਾ ਹੈਗਾ ਰਾਈਟ ਬਾਈਬਲ ਇਜ਼ ਅ ਡੈਸ਼ ਬੁੱਕ ਬਾਈਬਲ ਇਜ਼ ਅ ਹੋਲੀ ਬੁੱਕ ਹੋਲੀ ਦਾ ਮਤਲਬ ਹੁੰਦਾ ਬੇਟੇ ਪਵਿੱਤਰ ਕ੍ਰਿਕਟ ਇਜ਼ ਅ ਡੈਸ਼ ਗੇਮ ਹੁਣ ਕ੍ਰਿਕਟ ਕ੍ਰਿਕਟ ਕੀ ਹੈ ਵੰਡਰਫੁਲ ਗੇਮ ਕਿਸੇ ਨੂੰ ਬੋਰਿੰਗ ਵੀ ਲੱਗ ਸਕਦੀ ਹੈਗੀ ਕਿਸੇ ਨੂੰ ਇੰਟਰਸਟਿੰਗ ਵੀ ਲੱਗ ਸਕਦੀ ਹੈਗੀ ਠੀਕ ਹੈ ਕੁਝ ਵੀ ਤਾਂ ਯੂ ਹੈਵ ਟੂ ਸਪਲਾਈ ਐਡਜੈਕਟਿਵ ਓਨਲੀ ਤੁਸੀਂ ਐਡਜੈਕਟਿਵ ਇੱਥੇ ਫਿਲ ਕਰਨਾ ਹੈ Johan is an dash teacher an excellent teacher right mango is a dash fruit mango is a sweet fruit ਹੋਰ ਕੀ ਲਿਖ ਸਕਦੇ ਹੋਗੇ ਡੈਲੀਸ਼ੀਅਸ ਲਿਖ ਦਿਓ ਠੀਕ ਹੈ ਨੈਕਸਟ ਐਕਸਰਸਾਈਜ਼ ਕਰਦੇ ਹਾਂ ਬੇਟੇ ਫਿਲ ਇਨ ਦ ਬਲੈਂਕਸ ਵਿਦ ਸੁਟੇਬਲ ਵਰਬਸ ਸਭ ਤੋਂ ਸੌਖੀ ਐਕਸਰਸਾਈਜ਼ ਹੈ ਸ਼ੀ ਡੈਸ਼ ਆਈਸ ਕ੍ਰੀਮ ਸ਼ੀ ਲਵਸ ਆਈਸ ਕ੍ਰੀਮ ਦੇ ਡੈਸ਼ ਅ ਲੋਟ ਦੇ laugh a lot, they dance a lot, they read a lot. My mother cooks food. Johan dash in a factory. Johan works in a factory. They dash football. They play football. We should dash a bath every day. We should take a bath every day. The school peon rings the bell. Seema dash for a walk daily, goes for a walk daily. ठीक है ਤਾਂ ਇਹ ਐਕਸਰਸਾਈਜ਼ ਹੋਗੀ ਬੇਟੇ ਨੈਕਸਟ ਚਲਿਏ ਫਿਲ ਇਨ ਦ ਬਲੈਂਕਸ ਵਿਦ ਸੁਟੇਬਲ ਐਡਵਰਬਸ ਇਹਦੇ ਵਿੱਚ ਆਪਾਂ ਐਡਵਰਬਸ ਫਿਲ ਕਰਨੇ ਨੇ ਸੋਹਨ ਵਾਕਸ ਸਲੋਲੀ ਹੌਲੀ ਤੁਰਦਾ ਐਵਰੀਵਨ ਸ਼ੁੱਡ ਵਰਕ ਪ੍ਰੋਪਰਲੀ ਸਾਰਿਆਂ ਨੂੰ ਪ੍ਰੋਪਰਲੀ ਕੰਮ ਕਰਨਾ ਚਾਹੀਦਾ ਇੱਥੇ ਰੈਗੂਲਰਲੀ ਵੀ ਆ ਸਕਦਾ ਹੈਗਾ ਸ਼ੀ ਸਿੰਗਸ ਉਹ ਕਿੱਦਾਂ ਗਾਉਂਦੀ ਹੈ ਸਵੀਟਲੀ ਇੱਥੇ ਆਪਾਂ ਬੈਡਲੀ ਵੀ ਲਿਖ ਸਕਦੇ ਹਾਂ ਜੇ ਵਧੀਆ ਨਹੀਂ ਗਾਉਂਦੀ ਤਾਂ ਆਪਾਂ ਕਹਿ ਦਾਂਗੇ ਕਿ ਉਹ ਵਧੀਆ ਨਹੀਂ ਗਾਉਂਦੇ ਹਿਜ਼ ਡੈਡ ਇਜ਼ ਅ ਡੈਸ਼ ਰਿਸਪੈਕਟੇਬਲ ਮੈਨ ਵੈਰੀ ਰਿਸਪੈਕਟੇਬਲ ਮੈਨ ਕਿਉਂਕਿ ਰਿਸਪੈਕਟੇਬਲ ਆਲਰੇਡੀ ਮੈਨ ਦੇ ਨਾਲ ਦੇਖੋ ਬੇਟਾ ਇੱਕ ਡਿਸਕ੍ਰਾਈਬਿੰਗ ਵਰਡ ਆਲਰੇਡੀ ਐਡਜੈਕਟਿਵ ਲੱਗਿਆ ਹੋਇਆ ਤਾਂ ਉਹਦੇ ਆਪਾਂ ਇੰਟੈਂਸਿਟੀ ਦੱਸਣੀ ਹੈ ਜ਼ਿਆਦਾ ਘੱਟ our teacher speaks politely very politely so ਵੀ ਲਿਖ so politely right ਜਿੱਦਾਂ ਆਪਾਂ ਅਕਸਰ ਕਹਿੰਦੇ ਨਾ he is so cute cute ਤਾਂ ਇੱਕ ਹੋ ਗਿਆ ਉਹ ਕਿੰਨਾ ਉਹ ਪਿਆਰਾ ਹੈ he is cute he is so cute so ਆਪਾਂ ਇਹਦੇ ਨੇ ਬਹੁਤ ਜ਼ਿਆਦਾ my sister sleeps soundly soundly ਹੁੰਦਾ ਬੇਟੇ ਗੂੜੀ ਨੀਂਦ ਦੇ ਵਿੱਚ ਸੌਣਾ ਇੱਕ ਚੀਜ਼ ਹੈ soundly ਠੀਕ ਹੈ ਤਾਂ my sister sleeps soundly soundly Johan is a dash hard-working boy very hard-working boy girls sang ਕੁੜੀਆਂ ਨੇ ਗਾਇਆ ਕਿਵੇਂ ਗਾਇਆ ਲਾਊਡਲੀ ਕਿਉਂਕਿ ਬਿਊਟੀਫੁਲੀ ਆਪਾਂ ਪਹਿਲਾਂ ਇੱਕ ਥਾਂ ਤੇ ਲਾ ਚੁੱਕੇ ਹਾਂ ਬੇਟੇ ਹੁਣ ਆਪਾਂ ਚੇਂਜ ਕਰ ਦਿੰਦੇ ਹਾਂ ਲਾਊਡਲੀ ਰਾਈਟ come to the next exercise beta preposition
My grandfather is hard of hearing. My mom is fond of music. A burglar broke into. The students should listen to their teachers. Yesterday we went to the rose garden. Ayushi is playing on the piano. Children have been playing since morning. ਸਵੇਰ ਤੋਂ ਖੇਡ ਰਹੇ ਨੇ since. My uncle has been living in Canada for 15 years. I will play after finishing my homework. I'm standing dash Anshu is in front of me. Anshu ਮੇਰੇ ਅੱਗੇ ਹੈ ਤਾਂ ਮੈਂ ਕਿੱਥੇ ਹਾਂ? I'm standing behind. BEHIND. I am standing behind Anshu. Clear, students? Let's move to the next exercise. Fill in the blanks with suitable conjunctions. My younger brother is both intelligent and hardworking. Intelligent भी है ते hardworking भी है. He says he is a doctor. He says that he is a doctor. ਉਹ ਕਹਿੰਦੇ ਕਿ ਉਹ ਇੱਕ ਡਾਕਟਰ ਹੈ. ਡੈਸ਼ ਸੀਮਾ ਡੈਸ਼ ਰੀਟਾ ਇਜ਼ ਐਟ ਫਾਲਟ. ਜਾਂ ਸੀਮਾ ਜਾਂ ਰੀਟਾ ਦੋਹਾਂ ਚੋਂ ਇੱਕ ਜਣੇ ਦੀ ਗਲਤੀ ਹੈ. ਆਈਦਰ ਸੀਮਾ EITHER. Either Seema or Rita is at fault. Our servant is poor but honest. But ਉੱਥੇ ਲੱਗਦਾ ਬੇਟੇ ਦੇਖੋ ਇੱਥੇ ਇੰਟੈਲੀਜੈਂਟ ਤੇ ਹਾਰਡ ਵਰਕਿੰਗ ਦੋਹੇ ਸੇਮ ਨੇਗੀਆਂ, ਦੋਹੇ ਪੋਜ਼ਿਟਿਵ ਕੁਆਲਿਟੀਜ਼ ਨੇ. ਇੱਥੇ ਕੀ ਹੈ ਬੇਟਾ? ਪੂਅਰ ਗਰੀਬ ਹੈ ਪਰ ਓਨੈਸਟ ਹੈ. ਜਦੋਂ ਇੱਕ ਆਪਾਂ ਅਲਟਰਨੇਟ ਕਹਿ ਦਈਏ ਨਾ, ਇੱਕ ਅਲਟਰਨੇਟ ਕੁਆਲਿਟੀ ਆ ਜਾਂਦੀ ਹੈਗੀ ਤਾਂ ਉੱਥੇ ਬਟ ਲੱਗਦਾ ਹੈਗਾ. He dash his nephew managed the shop. He and his nephew. Ram went on leave because he was injured. Because you will get the tickets if you reach there before 6 o'clock. ਤੁਹਾਨੂੰ ਟਿਕਟਸ ਮਿਲਣਗੀਆਂ ਜੇ ਦੇ ਲਈ ਕੀ ਹੁੰਦਾ ਹੈਗਾ ਬੇਟੇ? if. Dash he was late yet he was able to catch the bus. Though he was late, ਭਾਵੇਂ ਕਿ ਉਹ ਲੇਟ ਸੀ ਫਿਰ ਵੀ ਉਹਨੇ ਬੱਸ ਫੜ ਲਈ. Clear? Yes. Let's do the last exercise of the chapter. Very good. This is the last one. Fill in the blanks with suitable interjection. Dash, we have won the game. ਜਦੋਂ ਆਪਾਂ ਗੇਮ ਜਿੱਤ ਗਏ ਤਾਂ ਆਪਣੀ ਫੀਲਿੰਗ ਕੀ ਹੋਏਗੀ? ਖੁਸ਼ੀ ਦੀ. ਹੁਰਰੇ. HURRAH. Hurrah. Dash, the man is dead. Alas. ALAS. Sorry. Second ਦੇ ਵਿੱਚ ਬੇਟੇ ALAS ਔਰ ਸਾਈਨ ਆਫ ਐਕਸਕਲੇਮੇਸ਼ਨ ਲਾਉਣਾ ਨਹੀਂ ਭੁੱਲਣਾ ਕਿਸੇ ਨੇ. Dash, they have come. Good. Simple ਬੇਟੇ word ਹੈ. Good. Sign of exclamation ਲਾ ਕੇ ਉਹਨੂੰ interjection ਬਣਾ ਦੋ. Good. They have come. Is this the place? Oh. ਅੱਛਾ ਇਹ ਜਗ੍ਹਾ ਹੈ. Wow. Well done. ਇਹ ਤਾਂ ਤੁਹਾਨੂੰ ਟੀਚਰਸ ਵੀ ਲਿਖ ਦਿੰਦੇ ਨੇਗੇ ਜੋ ਤੁਸੀਂ ਸੋਹਣਾ ਕੰਮ ਕਰਦੇ ਹੋਗੇ. ਜਾਂ excellent. He has lost all his money in gambling. Alas. ਅਫਸੋਸ. Oh, you are hurt. ਕਿਸੇ ਦੇ ਸੱਟ ਲੱਗੀ ਆਪਾਂ ਕਹਿੰਦੇ oh ਮੂੰਹ ਚੋਂ ਉਹ ਨਿਕਲਦਾ ਨਾ. Dash, he has failed again. Alas. ਤਾਂ ਅਫਸੋਸ ਦੇ ਲਈ ਤਾਂ ਤੁਸੀਂ ਇੱਕ ਸਿੰਪਲ ਜਿਹਾ ਵਰਡ ਯਾਦ ਰੱਖੋ. ਸੋ ਸਟੂਡੈਂਟਸ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆਈ ਹੋਣੀ ਹੈਗੀ. ਯੋਰ ਫਰਸਟ ਚੈਪਟਰ ਪਾਰਟਸ ਆਫ ਸਪੀਚ ਇਜ਼ ਕੰਪਲੀਟ. ਨੈਕਸਟ ਆਪਾਂ ਕਰਾਂਗੇ ਬੇਟੇ ਸੈਕਿੰਡ ਚੈਪਟਰ ਦਾ ਨਾਊਨਸ. ਰਾਈਟ? ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੇਅਰ ਕਰਾਂ ਆਪਾਂ ਇਹਦੀਆਂ ਐਕਸਰਸਾਈਜ਼ਸ ਕਰਾਂਗੇ. ਉਸ ਤੋਂ ਪਹਿਲਾਂ ਤੁਸੀਂ ਇਸ ਸਾਰੇ ਚੈਪਟਰ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਬੇਟਾ ਰੀਡ ਕਰ ਲੈਣਾ ਹੈਗਾ.
ठीक है, रीड द नेक्स्ट चैप्टर नाउन्स। थैंक यू स्टूडेंट्स।